ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਹਾਈਐਮਸ ਅਕੈਡਮੀ ਦੇ YouTube ਚੈਨਲ ਉੱਤੇ। ਅੱਜ PSSB ਦੀਆਂ ਨਵੀਆਂ ਪੋਸਟਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਇਹਨਾਂ ਪੋਸਟਾਂ ਦੀ ਖਾਸ ਗੱਲ ਕੀ ਹੈ। ਹੁਣ ਕਾਫੀ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ, ਇਹਨਾਂ ਵਿੱਚ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਹਰੇਕ ਵਰਗ ਦੇ ਜਿਹੜੇ ਕੁਆਲੀਫਿਕੇਸ਼ਨ ਨੂੰ ਲੈ ਕੇ ਇਹ ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ। ਤਾਂ ਸਾਰੀਆਂ ਪੋਸਟਾਂ ਜਿੰਨੇ ਵੀ ਤਰ੍ਹਾਂ ਦੀਆਂ ਨੇ, ਉਹਨਾਂ ਵਿੱਚ ਖਾਸ ਗੱਲ ਇਹ ਆ ਵੀ ਉਹਨਾਂ ਦੀ ਸੈਲਰੀ ਇੱਕੋ ਜਿਹੀ ਆ। ਹਰੇਕ ਪੋਸਟ ਲਈ 35,400 ਫਿਕਸ ਸੈਲਰੀ ਆ, ਬੇਸਿਕ ਪੇ। ਤਾਂ ਇਹਨਾਂ ਪੋਸਟਾਂ ਦੀ ਖਾਸ ਗੱਲ ਏ। ਡਿਟੇਲ ਦੇ ਵਿੱਚ ਗੱਲ ਕਰਾਂਗੇ ਆਪਾਂ, ਕੀ ਕੁਛ ਐਲੀਜੀਬਿਲਟੀ ਹੋਊਗੀ, ਕਿੰਨੀ ਫੀਸ ਹੋਊਗੀ, ਕੀ ਜਿਹੜੀ ਤਰੀਕ ਆ ਲਾਸਟ ਡੇਟ ਦੀ, ਹਰੇਕ ਗੱਲ ਕਰਾਂਗੇ ਆਪਾਂ ਡਿਟੇਲ ਦੇ ਵਿੱਚ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜੇ ਹਾਲੇ ਤੱਕ ਤੁਸੀਂ ਹਾਈਐਮਸ ਅਕੈਡਮੀ ਦਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਸਮੇਂ ਸਿਰ ਤੁਹਾਡੇ ਲਈ ਨਵੇਂ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਨਾਲ ਹੀ ਸਟੱਡੀ ਮਟੀਰੀਅਲ ਇਸ ਚੈਨਲ ਤੋਂ ਤੁਹਾਨੂੰ ਫ੍ਰੀ ਆਫ ਕੋਸਟ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਂਦਾ। ਆਓ ਗੱਲ ਕਰਦੇ ਹਾਂ ਆਪਾਂ PSSB ਦੀਆਂ ਨਵੀਆਂ ਰਿਕਰੂਟਮੈਂਟ ਨੂੰ ਲੈ ਕੇ। ਸੋ ਇਹ ਆ ਜੀ ਓਫੀਸ਼ੀਅਲ ਨੋਟੀਫਿਕੇਸ਼ਨ, ਜਿਹਦੇ ਵਿੱਚ ਕੁੱਲ ਗਿਣਤੀ ਜਿਹੜੀ ਅਸਾਮੀਆਂ ਦੀ ਉਹ 157 ਦਿੱਤੀ ਗਈ ਆ। ਹੁਣ ਜੇ ਅੱਗੇ ਅਸਾਮੀਆਂ ਦਾ ਜਿਹੜੇ ਵੇਰਵਾ ਦੀ ਗੱਲ ਕਰੀਏ ਤਾਂ ਤੁਹਾਨੂੰ ਜ਼ਿਆਦਾਤਰ ਇੱਕ ਦੋ ਪੋਸਟਾਂ ਦੇਖਣ ਨੂੰ ਮਿਲਣਗੀਆਂ, ਬਟ ਇਹਦੇ ਵਿੱਚ ਕੁਝ ਕੁ ਇਹੋ ਜਿਹੀਆਂ ਵੀ ਨੇ, ਜਿਵੇਂ ਖੋਜ ਸਹਾਇਕ 49 ਪੋਸਟਾਂ ਨੇ, ਜੂਨੀਅਰ ਆਡੀਟਰ ਦੀਆਂ 60 ਪੋਸਟਾਂ ਨੇ ਤੇ ਇੰਸਟ੍ਰਕਟਰ ਦੀਆਂ 25 ਪੋਸਟਾਂ ਨੇ। ਤਾਂ ਕੁੱਲ ਮਿਲਾ ਕੇ 157 ਪੋਸਟਾਂ ਆਊਟ ਹੋਈਆਂ ਨੇ PSSB ਵੱਲੋਂ। ਤਾਂ ਜੇ ਮੈਂ ਇਕੱਲੇ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦੇਣੀ ਚਾਹੁੰਦਾ। ਆਹ ਦੇਖੋ, ਜਿੰਨੀਆਂ ਵੀ ਪੋਸਟਾਂ ਨੇ, ਭਾਵੇਂ ਤਾਂ ਜੂਨੀਅਰ ਆਡੀਟਰ ਤੋਂ ਲੈ ਕੇ ਸੀਨੀਅਰ ਸਹਾਇਕ ਤੱਕ, ਸਾਰਿਆਂ ਦੀ ਜਿਹੜੀ ਤਨਖਾਹ ਦਾ ਸਕੇਲ ਜਿਹੜਾ ਹੈ ਉਹ 35,400 ਹੀ ਹੈ। ਤਾਂ ਇਹ ਇੱਕ ਵਧੀਆ ਗੱਲ ਆ ਵੀ ਹਰੇਕ ਪੋਸਟ ਵਾਸਤੇ ਇੱਕੋ ਜਿਹੀ ਸੈਲਰੀ ਆ। ਤੇ ਇਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਰੁਕ ਕੇ ਕਰਦੇ ਹਾਂ। ਪਹਿਲਾਂ ਜੇ ਉਮਰ ਦੀ ਗੱਲ ਕਰੀਏ ਤਾਂ ਜਰਨਲ ਸ਼੍ਰੇਣੀ ਵਾਸਤੇ ਉਮਰ ਦੀ 18 ਤੋਂ ਲੈ ਕੇ 35 ਸਾਲ ਦੇ ਵਿੱਚ ਆ। ਤੇ ਬਾਕੀ ਜੇ ਕੋਈ ਐਕਸ ਸਰਵਿਸਮੈਨ ਹੈ ਪੰਜਾਬ ਰਾਜ ਦਾ, ਉਹਦੀ ਉਮਰ ਦੀ ਸੀਮਾ 42 ਸਾਲ ਹੈ ਤੇ ਰਾਜ ਤੇ ਕੇਂਦਰ ਵਾਸਤੇ ਹੈਗੀ ਆ 45 ਸਾਲ ਹੈ। ਬਾਕੀ ਹੋਰ ਵੀ ਛੋਟੇ ਗੱਲਾਂ ਦਾ ਵੇਰਵਾ ਹੈ, ਜਿਵੇਂ ਅੰਗਹੀਨ ਵਾਸਤੇ 10 ਸਾਲ ਦੀ ਛੋਟ ਹੈ, 47 ਸਾਲ ਤੱਕ ਕਰੇ। ਤਾਂ ਜਿਹੜੀ ਵਿਡੋ ਵਗੈਰਾ ਵਾਸਤੇ ਵੂਮਨਸ ਲਈ ਇਹ 40 ਸਾਲ ਤੱਕ ਦੀ ਰਿਲੈਕਸੇਸ਼ਨ ਹੈ। ਇਹ ਹੈਗਾ ਜੀ ਏਜ ਦਾ ਕ੍ਰਾਈਟੇਰੀਆ। ਹੁਣ ਆਪਾਂ ਕੱਲੀ ਪੋਸਟ ਬਾਰੇ ਗੱਲ ਕਰਦੇ ਹਾਂ ਵੀ ਕੀ ਇਹਦੀ ਜਿਹੜੀ ਆ ਐਜੂਕੇਸ਼ਨ ਕੁਆਲੀਫਿਕੇਸ਼ਨ ਦਿੱਤੀ ਹੋਈ ਆ। ਹੁਣ ਜਿਵੇਂ ਸੀਨੀਅਰ ਸਹਾਇਕ ਦੀ ਗੱਲ ਕਰ ਲਈਏ ਆਪਾਂ, ਸੀਨੀਅਰ ਸਹਾਇਕ ਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਵੀ ਆਪਣੇ ਕੋਲੇ BSc ਹੋਣੀ ਚਾਹੀਦੀ ਆ ਕਿਸੇ ਰੈਕੋਗਨਾਈਜ਼ਡ ਯੂਨੀਵਰਸਿਟੀ ਵਿੱਚੋਂ, ਇੰਸਟੀਟਿਊਸ਼ਨ ਵਿੱਚੋਂ। ਤੇ ਬਾਕੀ ਜਿਹੜਾ ਕੁਆਲੀਫਾਈਡ ਜਿਹੜਾ ਕੰਪਿਊਟਰ ਟੈਸਟ ਆ ਉਹ ਟਾਈਮ ਟੂ ਟਾਈਮ ਅਥਾਰਟੀ ਦੁਆਰਾ ਅਪੁਆਇੰਟ ਕੀਤਾ ਜਾਊਗਾ। 120 ਘੰਟੇ ਦਾ ਜਿਹੜਾ ਕੋਰਸ ਤੁਹਾਡੇ ਕੋਲ ਕੰਪਿਊਟਰ ਦਾ ਹੋਣਾ ਜ਼ਰੂਰੀ ਹੈ। ਬਾਕੀ ਇੱਕ ਜਿਹੜਾ ਆਹ ਹੁੰਦਾ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਐਕ੍ਰੈਡੀਟੇਸ਼ਨ ਆਫ ਕੰਪਿਊਟਰ ਕੋਰਸ, ਇਹ ਵੀ ਹੋਣਾ ਜਾਂ ਇਹੀ ਹੋਣਾ ਚਾਹੀਦਾ, ਤੇ ਜਾਂ ਤੁਹਾਡੇ ਕੋਲ 120 ਘੰਟਿਆਂ ਵਾਲਾ ਹੋਣਾ ਚਾਹੀਦਾ। ਬਾਕੀ ਇੱਕ ਗੱਲ ਇੱਥੇ ਇਹ ਵੀ ਲਿਖੀ ਹੋਈ ਹੈ ਵੀ ਟਾਈਪਿੰਗ ਦਾ ਜਿਹੜਾ ਇੰਗਲਿਸ਼ ਤੇ ਪੰਜਾਬੀ ਟਾਈਪਿੰਗ ਤੁਹਾਡੀ ਹੋਣੀ ਜ਼ਰੂਰੀ ਹੈ, ਤੁਹਾਡੇ ਕੋਲੇ 30 ਵਰਡ ਪਰ ਮਿੰਟ ਦੇ ਵਿੱਚ। ਇਹ ਹੈਗੀ ਹੈ ਜੀ ਸੀਨੀਅਰ ਸਹਾਇਕ ਲਈ। ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਸੀਨੀਅਰ ਸਹਾਇਕ IT ਲਈ, ਤਾਂ ਇਹਦੇ ਵਿੱਚ BTech ਤੁਹਾਡੇ ਕੋਲ ਹੋਣੀ, ਜਾਂ ਡਿਗਰੀ BE ਦੀ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਮਾਸਟਰ ਡਿਗਰੀ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਅਤੇ ਘੱਟੋ ਘੱਟ ਆਪਾਂ ਗੱਲ ਕਰੀਏ ਇਹਦੇ ਵਿੱਚ 50% ਹੋਣੇ ਜ਼ਰੂਰੀ ਆ ਕੰਪਿਊਟਰ ਸਾਇੰਸ ਦੇ ਵਿੱਚ। ਤਾਂ ਇਹ ਆ ਜੀ IT ਲਈ। ਫਿਰ ਜੇ ਸੀਨੀਅਰ ਸਹਾਇਕ ਲੇਖਾ ਲਈ ਗੱਲ ਕਰੀਏ ਤਾਂ BCom ਦੀ ਡਿਗਰੀ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਉਸ ਤੋਂ ਇਲਾਵਾ ਤੁਹਾਡੇ ਕੋਲ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਆ। ਇਹਦੇ ਵਿੱਚ ਟੈਸਟ ਦੀ ਗੱਲ ਕੀਤੀ ਆ, ਉਹੀ ਟਾਈਮ ਟੂ ਟਾਈਮ, ਉਹ ਸਾਰੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ। ਫਿਰ ਤਕਨੀਕੀ ਸਹਾਇਕ ਵਾਸਤੇ ਜਿਹੜੀ ਆ ਮਾਸਟਰ ਡਿਗਰੀ ਹੋਣੀ ਜ਼ਰੂਰੀ ਆ। ਤੁਹਾਡੇ ਕੋਲੇ 50% ਘੱਟੋ ਘੱਟ ਮਾਰਕਸ ਉਹਦੇ ਵਿੱਚ ਹੋਣੇ ਜ਼ਰੂਰੀ ਨੇ। ਇਕਨੋਮਿਕਸ, ਮੈਥਮੈਟਿਕਸ ਜਾਂ ਐਗਰੀਕਲਚਰ, ਕਿਸੇ ਵੀ ਤਰ੍ਹਾਂ ਦੀ ਡਿਗਰੀ ਤੁਹਾਡੇ ਕੋਲ ਚੱਲੂਗੀ। ਉਸ ਤੋਂ ਬਾਅਦ ਨੈਕਸਟ ਅੱਗੇ ਗੱਲ ਕਰੀਏ, ਫਿਰ ਇੱਕ ਮਾਸਟਰ ਡਿਗਰੀ ਦੀ ਗੱਲ ਕੀਤੀ ਵੀ ਆ ਵੀ ਜੇ ਤੁਹਾਡੇ ਕੋਲ ਸਟੈਟਿਕਸ ਦੇ ਆ ਜਾਂ ਐਗਰੀਕਲਚਰ ਇਕਨੋਮਿਕਸ ਆ, ਉਹ ਵੀ ਇਸ ਦੇ ਵਿੱਚ ਚੱਲ ਜੂਗੀ। ਫਿਰ ਅੱਗੇ ਖੋਜ ਸਹਾਇਕ ਦੇ ਵਿੱਚ ਦਿੱਤਾ ਹੋਇਆ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ। ਪੰਜਾਬੀ, ਹਿੰਦੀ ਜਾਂ ਇੰਗਲਿਸ਼ ਦੇ ਘੱਟੋ ਘੱਟ 50% ਤੁਹਾਡੇ ਕੋਲੇ ਜਿਹੜੇ ਨੇ ਮਾਰਕਸ ਹੋਣੇ ਜ਼ਰੂਰੀ ਨੇ। ਫਿਰ ਤੁਹਾਡੇ ਕੋਲੇ ਕ੍ਰੀਏਟਿਵ ਰਾਈਟਿੰਗ ਸਕਿੱਲਸ ਹੋਣੀ ਜ਼ਰੂਰੀ ਆ ਖੋਜ ਸਹਾਇਕ ਲਈ। ਜਾਂ ਤੁਹਾਡੇ ਕੋਲ 2 ਸਾਲ ਦਾ ਜਿਹੜਾ ਟੀਚਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਵੀ ਗੌਰਮੈਂਟ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ। ਫਿਰ ਅੱਗੇ ਲਾਅ ਅਫਸਰ ਦੀ ਗੱਲ ਕਰੀਏ ਤਾਂ ਲਾਅ ਅਫਸਰ ਦੇ ਵਿੱਚ ਤੁਹਾਡੇ ਕੋਲ ਲਾਅ ਦੀ ਡਿਗਰੀ ਹੋਣੀ ਜ਼ਰੂਰੀ ਆ। ਘੱਟੋ ਘੱਟ 3 ਸਾਲ ਦਾ ਜਿਹੜਾ ਐਕਸਪੀਰੀਅੰਸ ਐਜ਼ ਆ ਕਿਸੇ ਵੀ ਐਡਵੋਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਲੀਗਲ ਵਰਕ ਕੀਤਾ ਹੋਣਾ ਚਾਹੀਦਾ ਤੁਸੀਂ। ਕੁਆਲਿਟੀ ਮੈਨੇਜਰ ਦੀ ਗੱਲ ਕਰੀਏ, ਹੁਣ ਇਹ ਜਿਹੜੀ ਪੋਸਟ ਆ ਉਹ +2 ਬੇਸ ਆ। ਦੇਖੋ ਧਿਆਨ ਨਾਲ, 10+2 ਐਗਜ਼ਾਮੀਨੇਸ਼ਨ ਤੁਹਾਡੇ ਕੋਲ ਕਲੀਅਰ ਹੋਣਾ ਚਾਹੀਦੀ ਆ, ਡਿਗਰੀ ਹੋਣੀ ਚਾਹੀਦੀ ਆ, +2 ਦਾ ਜਿਹੜਾ ਸਰਟੀਫਿਕੇਟ ਹੋਣਾ ਜ਼ਰੂਰੀ ਆ। ਅਤੇ ਜਿਹੜਾ 3 ਸਾਲ ਦਾ ਜਿਹੜਾ ਕੋਰਸ ਤੁਸੀਂ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਦੇ ਵਿੱਚ ਤੁਸੀਂ ਕੀਤਾ ਹੋਣਾ ਚਾਹੀਦਾ, ਜਿਹੜਾ ਕਿ ਡਾਇਰੈਕਟਰ ਜਨਰਲ ਦੁਆਰਾ ਜਿਹੜਾ ਗੌਰਮੈਂਟ ਦੁਆਰਾ ਅਪਰੂਵ ਹੋਵੇ ਕੁੱਲ ਮਿਲਾ ਕੇ। ਤਾਂ ਇਹ +2 ਬੇਸ ਆ। ਨੈਕਸਟ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਐਵੀਏਸ਼ਨ ਆਰਗੇਨਾਈਜੇਸ਼ਨ ਦੇ ਵਿੱਚ। ਅਤੇ ਉਹੀ ਜਿਹੜਾ ਕੰਪਿਊਟਰ ਵਾਲਾ ਕੋਰਸ ਆਪਾਂ ਉੱਪਰ ਗੱਲ ਕੀਤੀ ਸੀ ਡਿਪਾਰਟਮੈਂਟ ਆਫ ਇਲੈਕਟ੍ਰੋਨਿਕ ਐਕ੍ਰੈਡੀਟੇਸ਼ਨ ਵਾਲਾ, ਉਹ ਹੋਣਾ ਜ਼ਰੂਰੀ ਆ। ਫਿਰ ਜੇ ਨਿੱਜੀ ਸਹਾਇਕ ਦੀ ਗੱਲ ਕਰੀਏ ਤਾਂ ਇਹ 'ਚ ਗ੍ਰੈਜੂਏਸ਼ਨ ਆ
ਤੇ ਪੰਜਾਬੀ ਦਾ ਜਿਹੜਾ ਆਪਣੇ ਕੋਲ ਡਿਕਟੇਸ਼ਨ ਸਪੀਡ ਦਾ ਟੈਸਟ 100 ਵਰਡ ਜਿਹੜੇ ਪਰ ਮਿੰਟ ਦੇ ਵਿੱਚ ਤੁਹਾਡੇ ਕੋਲ ਇਹ ਆਉਣਾ ਜ਼ਰੂਰੀ ਆ। ਇੰਗਲਿਸ਼ ਦੇ 60 ਵਰਡ ਪਰ ਮਿੰਟ ਹੋਣੇ ਜ਼ਰੂਰੀ ਆ। ਫਿਰ ਘੱਟੋ ਘੱਟ ਜਿਹੜੀ ਇਹ 100 ਜਿਹੜੇ ਨੇ 120 ਘੰਟੇ ਉਹੀ ਜਿਹੜਾ ਕੰਪਿਊਟਰ ਵਾਲਾ ਹੁੰਦਾ ਕੋਰਸ ਆਪਣਾ 120 ਘੰਟੇ ਵਾਲਾ ਉਹ ਹੋਣਾ ਜ਼ਰੂਰੀ ਹੈ। ਅੱਗੇ ਜੂਨੀਅਰ ਆਡੀਟਰ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਬੀਕਾਮ ਹੋਣੀ ਚਾਹੀਦੀ ਹੈ, ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ। ਐਮਕਾਮ ਸੈਕੰਡ ਡਿਵੀਜ਼ਨ ਦੇ ਵਿੱਚ ਹੋ ਜੇ ਤਾਂ ਐਮਕਾਮ ਵੀ ਹੋ ਸਕਦੀ ਹੈ ਤੁਹਾਡੇ ਕੋਲ, ਜੇ ਸੈਕੰਡ ਡਿਵੀਜ਼ਨ ਆ ਤਾਂ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇੱਕ ਕ੍ਰਾਈਟੇਰੀਆ ਹੋਣਾ ਚਾਹੀਦਾ ਫੁੱਲਫਿਲ। ਫਿਰ ਡਰਾਫਟਮੈਨ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ 10th ਬੇਸ ਆ। ਇਹ ਜਿਹੜੀ ਪੋਸਟ ਆ ਡਰਾਫਟਸਮੈਨ ਵਾਲੀ ਤੇ ਇਹ ਹੈਗੀ ਆ 10th ਬੇਸ। ਇਹ ਤੁਹਾਡੇ ਕੋਲ ਜਿਹੜੀ 10th ਦਾ ਸਰਟੀਫਿਕੇਟ ਹੋਣਾ ਚਾਹੀਦਾ, ਉਹਦੇ ਵਿੱਚ ਪੰਜਾਬੀ ਤੁਹਾਡਾ ਸਬਜੈਕਟ ਹੋਣਾ ਜ਼ਰੂਰੀ ਆ। ਦੂਜੀ ਗੱਲ ਘੱਟੋ ਘੱਟ ਤੁਸੀਂ ਜਿਹੜਾ 2 ਸਾਲ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਆ ਡਰਾਫਟਮੈਨ ਦਾ। ਇੰਡਸਟਰੀਅਲ ਟ੍ਰੇਨਿੰਗ ਆਫ ਇੰਸਟੀਟਿਊਟ ਜਾਂ ਕੋਈ ਵੀ ਹਾਇਰ ਕੁਆਲੀਫਿਕੇਸ਼ਨ ਤੁਹਾਡੇ ਕੋਲ ਉਹਦੇ ਰਿਲੇਟਡ ਹੋਣੀ ਜ਼ਰੂਰੀ ਆ। ਇਹ ਹੈਗੀ ਹੈ ਜੀ 10th ਬੇਸ। ਫਿਰ ਅੱਗੇ ਜੇ ਲਾਸਟ ਪੋਸਟ ਦੀ ਗੱਲ ਕਰੀਏ ਇੰਸਟਰਕਟਰ ਵਾਲੀ, ਇਹਦੇ ਵਿੱਚ ਵੀ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ। ਅਤੇ ਤੁਹਾਡੇ ਕੋਲ ਇੱਕ ਪੰਜਾਬੀ ਦਾ ਜਿਹੜਾ ਸਟੈਨੋਗ੍ਰਾਫੀ ਹੁੰਦੀ ਆ ਉਹਦਾ ਜਿਹੜਾ 100 ਵਰਡ ਪਰ ਮਿੰਟ ਵਾਲਾ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਵੀ ਫਿਰ ਹੀ ਤੁਸੀਂ ਕੁਆਲੀਫਾਈ ਹੋਵੋਗੇ ਜੇ ਤੁਹਾਡੀ ਇੰਨੀ ਸਪੀਡ ਹੈਗੀ ਹੈ ਸਟੈਨੋ ਦੀ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਸਟੈਨੋਗ੍ਰਾਫੀ ਦਾ ਹੋਣਾ ਜ਼ਰੂਰੀ ਆ ਕਿਸੇ ਵੀ ਗਵਰਨਮੈਂਟ ਆਫਿਸ ਜਾਂ ਰੈਗੂਲੇਸ਼ਨ ਇੰਸਟੀਟਿਊਸ਼ਨ ਵੱਲੋਂ। ਤਾਂ ਇਹਦਾ ਜੀ ਕ੍ਰਾਈਟੇਰੀਆ ਹੈਗਾ। ਹੁਣ ਜੇ ਇਹਦੇ 'ਚ ਗੱਲ ਕਰੀਏ ਆਪਾਂ ਸਭ ਤੋਂ ਵੱਧ ਅਸਾਮੀਆਂ, ਜਿਵੇਂ ਕਿ ਹੁਣੇ ਗੱਲ ਕੀਤੀ, ਸਭ ਤੋਂ ਵੱਧ ਅਸਾਮੀਆਂ ਹੈਗੀਆਂ ਨੇ ਜੀ ਜੂਨੀਅਰ ਆਡੀਟਰ ਵਿੱਚ ਅਤੇ ਖੋਜ ਸਹਾਇਕ ਦੇ ਵਿੱਚ। ਅਤੇ ਉਸ ਤੋਂ ਇਲਾਵਾ ਇੰਸਟਰਕਟਰ ਦੇ ਵਿੱਚ 25 ਨੇ ਅਤੇ ਸੀਨੀਅਰ ਸਹਾਇਕ ਦੇ ਵਿੱਚ 12 ਨੇ। ਅਤੇ ਇਹੀ ਵੇਰਵਾ ਜੀ ਪੂਰਾ ਕਿੰਨੀਆਂ ਪੋਸਟਾਂ ਕਿਹੜੇ ਵਰਕ ਦੇ ਵਿੱਚ ਨੇ ਆਹ ਸਾਰਾ ਤੁਸੀਂ ਦੇਖ ਸਕਦੇ ਹੋ। ਜਿਵੇਂ ਕਿ 42 ਪੋਸਟਾਂ ਨੇ ਟੋਟਲ, ਇਹਦੇ ਵਿੱਚ ਜਰਨਲ ਦੀਆਂ 18 ਨੇ, SC MNB ਦੀਆਂ 4 ਨੇ ਅਤੇ RO ਦੀਆਂ ਵੀ 4 ਨੇ, BC ਦੀਆਂ ਵੀ 4 ਨੇ। ਤਾਂ ਇਵੇਂ ਇਹ ਸਾਰਾ ਵੇਰਵਾ ਇਹ 'ਚ ਦਿੱਤਾ ਹੋਇਆ ਹੈ। ਜਿਵੇਂ ਹੁਣ ਆਹ ਟੋਟਲ ਵੈਕੈਂਸੀਆਂ ਨੇ 25 ਨੇ, ਵਿੱਤ ਵਿਭਾਗ ਦੇ ਜਰਨਲ ਦੀਆਂ 25 ਨੇ ਅਤੇ EWS ਦੀਆਂ 6 ਨੇ, SC MNB ਦੀਆਂ 7 ਨੇ ਅਤੇ SCR ਦੀਆਂ 5 ਨੇ ਅਤੇ BC ਦੀਆਂ ਵੀ 5 ਨੇ। ਇਹ ਸਾਰੀਆਂ ਜੀ ਪੋਸਟਾਂ ਨੇ ਟੋਟਲ ਕੁੱਲ ਗਿਣਤੀ। ਹੁਣ ਸਭ ਤੋਂ ਵੱਧ ਪੋਸਟਾਂ ਜਿਵੇਂ ਤੁਸੀਂ ਦੇਖ ਸਕਦੇ ਹੋ 60 ਨੇ ਇਹਦੀਆਂ, ਤਾਂ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਕੁਆਲੀਫਿਕੇਸ਼ਨ ਹਿਸਾਬ ਨਾਲ ਇਹਨੂੰ ਫਿਲ ਕਰ ਸਕਦੇ ਹੋ। ਅੱਗੇ ਜੇ ਫੀਸ ਦੀ ਗੱਲ ਕਰੀਏ ਤਾਂ ਹੁਣ ਫੀਸ ਜਰਨਲ ਵਾਸਤੇ 1000 ਰੁਪਈਆ ਹੋਊਗੀ, SC ਜਾਂ BC ਵਾਸਤੇ ਜਾਂ EWS ਵਾਸਤੇ 250 ਰੁਪਈਆ, ਫਿਰ ਸਾਬਕਾ ਫੌਜੀ ਜਾਂ ਐਕਸ ਸਰਵਿਸਮੈਨ ਲਈ 200 ਰੁਪਈਆ ਅਤੇ ਹੈਂਡੀਕੈਪਟ ਲਈ ਹੋਊਗੀ 500 ਰੁਪਈਆ। ਹੁਣ ਜੇ ਗੱਲ ਕਰੀਏ ਆਪਾਂ ਟੈਸਟ ਦੀ ਤਾਂ MCQ ਬੇਸਡ ਲਿਖਤੀ ਪ੍ਰੀਖਿਆ ਹੋਏਗੀ। ਇੰਗਲਿਸ਼ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਹੋਏਗਾ, ਜਿਨ੍ਹਾਂ ਇਹਨਾਂ ਦੀ ਵੈਕੈਂਸੀ ਦੇ ਵਿੱਚ ਜ਼ਰੂਰਤ ਹੈ ਉਹਨਾਂ ਦੇ ਵਿੱਚ ਲਿਆ ਜਾਊਗਾ। ਫਿਰ ਅੱਗੇ ਮੈਰਿਟ ਉਸ ਹਿਸਾਬ ਨਾਲ ਬਣੂਗੀ। ਹੁਣ ਜੇ ਆਪਾਂ ਇਹਦੀ ਗੱਲ ਕਰੀਏ, ਇਹ 30 ਤਰੀਕ ਨੂੰ ਇਹਦੀ ਜਿਹੜੀ ਐਪਲੀਕੇਸ਼ਨਸ ਔਨਲਾਈਨ ਅਪਲਾਈ ਹੋਣ ਦੀਆਂ ਸ਼ੁਰੂ ਹੋ ਗਈਆਂ ਸੀ ਪਿਛਲੇ ਮਹੀਨੇ ਦੀ 30 ਤਰੀਕ ਨੂੰ। ਹੁਣ ਇਸ ਮਹੀਨੇ ਦੀ 27 ਤਰੀਕ ਨੂੰ ਯਾਨੀ ਕਿ 27 ਸਤੰਬਰ ਨੂੰ ਤੱਕ ਹੀ ਜਿਹੜੀ ਇਹਦੀ ਅਪਲਾਈ ਕਰ ਸਕਦੇ ਹਾਂ ਆਪਾਂ। ਫਿਰ ਫੀਸ ਭਰਨ ਦੀ ਜਿਹੜੀ ਆਖਰੀ ਡੇਟ ਹੈ ਉਹ 29 ਤਰੀਕ ਹੈ ਅਤੇ ਫੀਸ ਜਿਹੜੀ ਆ ਜਮ੍ਹਾਂ ਕਰਵਾਉਣ ਦੀ 29 ਤਰੀਕ ਲਾਸਟ ਡੇਟ ਹੈ। ਤਾਂ ਇਹ ਤੁਸੀਂ ਧਿਆਨ ਰੱਖ ਲੈਣਾ। ਅਤੇ ਹੁਣ ਇਹਦੇ ਜਿਹੜੇ ਆਊਟ ਹੋਈਆਂ ਹੋਈਆਂ ਨੇ ਤੁਸੀਂ ਜਲਦ ਤੋਂ ਜਲਦ ਇਹਨੂੰ ਭਰ ਸਕਦੇ ਹੋ ਆਪਣੀ ਐਲੀਜੀਬਿਲਿਟੀ ਦੇ ਅਕੋਰਡਿੰਗ ਵੀ ਤੁਹਾਡਾ ਕੀ ਕੁਆਲੀਫਿਕੇਸ਼ਨ ਹੈ, ਕਿਹੜੀ ਪੋਸਟ ਲਈ ਤੁਸੀਂ ਐਲੀਜੀਬਲ ਹੋ, ਉਸ ਅਕੋਰਡਿੰਗ ਤੁਸੀਂ ਫਿਲ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਜਿਹੜੀ ਅਪਡੇਟ ਵਧੀਆ ਲੱਗੀ ਹੋਏਗੀ। ਜੇ ਪਸੰਦ ਆਈ ਹੋਵੇ ਤੈਨੂੰ ਲਾਈਕ ਕਰਿਓ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਟਾਈਮ ਟੂ ਟਾਈਮ ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਨਾਲ ਹੀ ਤੁਹਾਨੂੰ ਕਾਫੀ ਸਾਰੇ ਪੰਜਾਬ ਦੇ ਗੌਰਮੈਂਟ ਐਗਜ਼ਾਮ ਦੀ ਤਿਆਰੀ ਇਸ ਚੈਨਲ ਉੱਤੇ ਫ੍ਰੀ 'ਚ ਕਰਵਾਈ ਜਾਂਦੀ ਆ। ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆਪਾਂ ਇੱਕ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।